ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ 400 ਸਾਲਾ ਜਨਮ ਸ਼ਤਾਬਦੀ ਗੁਰੂ ਤੇਗ ਬਹਾਦਰ ਜੀ। ਉਹਨਾਂ ਦੇ ਜੀਵਨ ਨੂੰ ਸਮਰਪਿਤ ਆਪਾਂ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਬਾਣੀ ਦੀ ਵਿਚਾਰ, ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਕਰ ਰਹੇ ਹਾਂ, ਸਾਂਝੀ ਕਰਦੇ ਆ ਰਹੇ ਹਾਂ ਆਪਾਂ ਇਸ ਮਾਧਿਅਮ ਦੇ ਰਾਹੀਂ। ਤੇ ਇਹਦੇ ਵਿੱਚੋਂ ਆਪਾਂ ਪਹਿਲੇ 9 ਸ਼ਬਦ ਜੋ ਗੌੜੀ ਰਾਗ ਦੇ ਵਿੱਚੋਂ ਪ੍ਰਾਪਤ ਹੁੰਦੇ ਆ ਉਹ ਸਮਝ ਕੇ ਆਏ ਆ। 10ਵਾਂ ਸ਼ਬਦ ਜੋ ਰਾਗ ਆਸਾ ਦੇ ਵਿੱਚੋਂ ਆਪਾਂ ਨੂੰ ਪ੍ਰਾਪਤ ਹੁੰਦਾ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ, ਉਸ ਦੀ ਵਿਚਾਰ ਆਪਾਂ ਇਸ ਹਿੱਸੇ ਵਿੱਚ ਕਰਾਂਗੇ। ਸੋ ਤੁਸੀਂ ਵੇਖ ਰਹੇ ਹੋ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਤੇ ਮੈਂ ਜਸਵਿੰਦਰ ਸਿੰਘ। ਆਓ ਫਤਿਹ ਦੀ ਸਾਂਝ ਪਾ ਕੇ ਆਪਾਂ ਸ਼ਬਦ ਵਿਚਾਰ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਇੱਕੋ ਹੀ ਪ੍ਰਾਪਤ ਹੁੰਦਾ ਹੈ ਆਪਾਂ ਨੂੰ, ਤੇ ਸੀਕੁਐਂਸ ਦੇ ਵਿੱਚ ਆਪਾਂ ਵੇਖੀਏ ਤਾਂ ਇਹ 10ਵਾਂ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਦਾ। ਗੁਰੂ ਜੀ ਲਿਖਦੇ ਹਨ, ਰਾਗ ਆਸਾ ਮਹਲਾ ਨਾਵਾ। ਬਿਰਥਾ ਕਹਾਉ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸਹੂ ਦਿਸਤਾਵਤ, ਆਸਾ ਲਾਗਿਓ ਧਨ ਕੀ ਰਹਾਉ। ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰਹ ਦੁਆਰ ਸਵਾਨ ਜਿਉ ਡੋਲਤ, ਨਹ ਸੁਧ ਰਾਮ ਭਜਨ ਕੀ। ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਇਹ 10 ਨੰਬਰ ਸ਼ਬਦ ਹੈ ਗੁਰੂ ਤੇਗ ਬਹਾਦਰ ਜੀ ਦਾ। ਆਸਾ ਰਾਗ ਵਿੱਚ ਇਸ ਨੂੰ ਦਰਜ ਕੀਤਾ ਗਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਇਸ ਦੇ ਆਪਾਂ ਉਚਾਰਨ ਦੀ ਗੱਲ ਕਰੀਏ, ਬਿਰਥਾ ਕਹਾਉ ਕੌਣ ਸਿਉ ਮਨ ਕੀ। ਬਿਰਥਾ ਕਹਾਉ, ਕਕਾ ਹਾਹਾ ਊੜੇ ਅੰਕੁਰ, ਇਹਦਾ ਪਾਠ ਕਹੋ ਨਹੀਂ ਕਰਨਾ, ਕਹਾਉ ਉੱਤਮ ਪੁਰਖ ਰੂਪ 'ਚ ਇਸ ਦਾ ਪਾਠ ਆਪ ਜੀ ਨੇ ਕਰਨਾ ਆ। ਇਸ ਥਾਂ ਦੇ ਉੱਪਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਦਰ ਹਰ ਥਾਂ ਤੇ ਨਹੀਂ, ਆਸਾ ਰਾਗ ਦੇ ਅੰਦਰ ਇਸ ਸ਼ਬਦ ਦੇ ਵਿੱਚ। ਬਾਕੀ ਅੱਗੇ ਆਪਾਂ ਸ਼ਬਦਾਂ ਦੀ ਵਿਚਾਰ ਕਰਾਂਗੇ, ਜਿੱਥੇ ਲੋੜ ਪਏਗੀ ਉੱਥੇ ਵੀ ਆਪਾਂ ਕੋਸ਼ਿਸ਼ ਕਰਾਂਗੇ ਉਚਾਰਨ ਨੂੰ ਸਪਸ਼ਟ ਕਰ ਲਿਆ ਜਾਵੇ। ਬਿਰਥਾ ਕਹਾਉ, ਕਹਾਉ ਉੱਤਮ ਪੁਰਖ ਭਾਵ ਮੈਂ ਆਖਾਂ। ਕੌਣ ਸਿਉ ਮਨ ਕੀ, ਕਹਾਉ ਉਚਾਰਨ ਕਰਨਾ ਆ। ਅਗਲੀ ਤੁਕ ਹੈ ਜੀ, ਲੋਭ ਗ੍ਰਸਿਓ ਦਸਹੂ ਦਿਸ ਧਾਵਤ, ਧਾਵਤ ਤੇ ਵਿਸ਼ਰਾਮ ਦੇਣਾ। ਆਸਾ ਲਾਗਿਓ ਧਨ ਕੀ ਰਹਾਉ, ਸੁਖ ਕੈ ਹੇਤ ਇੱਥੇ ਵਿਸ਼ਰਾਮ ਦੇਣਾ। ਬਹੁਤ ਦੁੱਖ ਪਾਵਤ ਇੱਥੇ ਵਿਸ਼ਰਾਮ ਦੇਣਾ। ਸੇਵ ਕਰਤ ਜਨ ਜਨ ਕੀ। ਦੁਆਰਹ ਦੁਆਰ ਸਵਾਨ ਜਿਉ ਡੋਲਤ, ਦੁਆਰਹ ਦੁਆਰ ਇੱਥੇ ਅਰਧ ਵਿਸ਼ਰਾਮ ਦੇਣਾ। ਸਵਾਨ ਜਿਉ ਡੋਲਤ, ਡੋਲਤ ਉੱਪਰ ਪੂਰਨ ਵਿਸ਼ਰਾਮ ਦੇਣਾ। ਸ਼ਬਦ ਜੋ ਪਹਿਲਾ ਹੈ ਦੁਆਰਹ ਦੁਆਰ, ਦੁਆਰਾਂ, ਇਹਨੂੰ ਦੁਆਰ ਇਹ ਜਾਂ ਦੁਆਰ ਹੈ ਐਦਾਂ ਨਹੀਂ ਪੜ੍ਹਨਾ। ਦੁਆਰਾਂ, ਦੁਆਰ ਨਹੀਂ ਹੁੰਦਾ ਦਰਵਾਜ਼ਾ, ਉਹ ਦਰਵਾਜ਼ੇ ਦੀ ਗੱਲ ਬਹੁਵਚਨ ਰੂਪ ਦੇ ਵਿੱਚ ਕੀਤੀ ਗਈ ਹੈ। ਸੋ ਲਿਖਦੇ ਹਨ, ਨਹ ਸੁਧ ਰਾਮ ਭਜਨ ਕੀ। ਮਾਨਸ ਜਨਮ ਅਕਾਰਥ ਖੋਵਤ, ਖੋਵਤ ਉੱਪਰ ਵਿਸ਼ਰਾਮ। ਲਾਜ ਨਾ ਲੋਕ ਹਸਨ ਕੀ, ਹਸਨ ਇਹਨੂੰ ਹਸਨ ਪੜ੍ਹਨਾ ਆ। ਲਾਜ ਨਾ ਲੋਕ ਹਸਨ ਕੀ, ਬਈ ਲੋਕ ਹੱਸਦੇ ਆ। ਨਾਨਕ ਵਿਸ਼ਰਾਮ, ਹਰ ਜਸ ਕਿਉਂ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਇਹਨੂੰ ਕੁਮਤ ਨਹੀਂ ਪੜ੍ਹਨਾ, ਕੁਮਤ, ਕੁਮਤ ਬਿਨਾਸੈ ਤਨ ਕੀ। ਸੋ ਇਸੇ ਉਚਾਰਨ ਦੇ ਸੰਬੰਧ ਵਿੱਚ ਬੇਨਤੀ। ਹੁਣ ਆਪਾਂ ਇਸ ਦੀ ਵਿਚਾਰ ਦੇ ਨਾਲ ਜੁੜਦੇ ਹਾਂ। ਰਾਗ ਆਸਾ ਮਹਲਾ ਨਾਵਾ। ਆਸਾ ਰਾਗ ਵਿੱਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਇਹ ਸ਼ਬਦ ਹੈਗਾ, ਬਿਰਥਾ ਕਹਾਉ ਕੌਣ ਸਿਉ ਮਨ ਕੀ। ਗੁਰੂ ਤੇਗ ਬਹਾਦਰ ਜੀ ਇਸ ਸ਼ਬਦ ਦੇ ਅੰਦਰ ਵੀ ਮਨੁੱਖੀ ਮਨ ਦੇ ਸੁਭਾਅ ਦੀ ਗੱਲ ਕਰ ਰਹੇ ਨੇ। ਕਹਿੰਦੇ ਭਾਈ ਮਨੁੱਖੀ ਮਨ ਦਾ ਸੁਭਾਅ ਐਸਾ ਆ, ਇਹਦੀ ਬਿਰਥਾ, ਇਹਦੀ ਪੀੜਾ ਦੱਸੋ ਅਸੀਂ ਕਿਸ ਨਾਲ ਬਿਆਨ ਕਰੀਏ। ਲੋਕ ਆਪਣੇ ਮਨਾਂ ਦਾ ਹਾਲ ਇਹੋ ਜਿਹਾ ਬਣਾ ਕੇ ਬੈਠੇ ਹੋਏ ਹੈ, ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਇਹ ਐਕਸਪੀਰੀਅੰਸ ਆ। ਪ੍ਰਚਾਰਕ ਦੌਰਿਆਂ ਉੱਪਰ ਗੁਰਿਆਈ ਪ੍ਰਾਪਤ ਕਰਨ ਤੋਂ ਪਹਿਲਾਂ ਵੀ ਗਏ ਨੇ ਤੇ ਪਿੱਛੋਂ ਵੀ ਗਏ ਨੇ, ਤੇ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਿਲੇ ਹੋਏ ਨੇ। ਗੱਲਬਾਤ ਸਤਿਗੁਰੂ ਨੇ ਕੀਤੀ ਹੋਈ ਹੈ, ਵੱਖ-ਵੱਖ ਇਲਾਕਿਆਂ 'ਚ ਪ੍ਰਚਾਰ ਕੀਤਾ ਹੋਇਆ। ਸੰਗਤ ਨੇ ਸਤਿਗੁਰੂ ਨਾਲ ਵਿਚਾਰ ਕੀਤੇ ਹੋਏ ਨੇ, ਸਤਿਗੁਰੂ ਜੀ ਨੂੰ ਸਵਾਲ ਪੁੱਛੇ ਹੋਣੇ ਆ, ਗੁਰੂ ਸਾਹਿਬ ਨੇ ਸ਼ੰਕੇ ਨਿਵਰਤ ਕੀਤੇ ਹੋਣੇ ਨੇ। ਸੋ ਇੱਥੋਂ ਗੁਰੂ ਸਾਹਿਬ ਜੀ ਨੂੰ ਪਤਾ ਆ ਵੀ ਜਿਹੜੇ ਇਹ ਆਮ ਲੋਕ ਨੇ, ਇਹਨਾਂ ਦੇ ਮਨ ਦੀ ਦਸ਼ਾ ਕਿਵੇਂ ਦੀ ਆ, ਮਨ ਦੀ ਜਿਹੜੀ ਅਵਸਥਾ ਆ, ਦਸ਼ਾ ਆ, ਪੋਜੀਸ਼ਨ ਆ, ਸੋਚਣ ਸ਼ਕਤੀ ਆ, ਉਹਦਾ ਪੱਧਰ ਆ, ਉਹ ਕਿੱਥੋਂ ਤੱਕ ਦਾ ਆ।
ਕਿੰਨਾ ਕੁ ਉੱਚਾ ਆ, ਕਿੰਨਾ ਕੁ ਉਹ ਚੰਗਾ ਆ, ਕਿੰਨਾ ਕੁ ਮਿਆਰੀ ਆ, ਕਿੰਨਾ ਕੁ ਉਸਾਰੂ ਆ, ਕਿੰਨਾ ਕੁ ਢਹਿੰਦੀ ਕਲਾ ਵਾਲਾ ਆ, ਗੁਰੂ ਸਾਹਿਬ ਨੂੰ ਪਤਾ ਆ। ਗੁਰੂ ਸਾਹਿਬ ਨੇ ਉਸ ਦਾ ਅੰਕੜਾ ਕੱਢਿਆ ਹੋਇਆ ਹੈ। ਇਸ ਲਈ ਸਤਿਗੁਰੂ ਜੀ ਕਿਰਪਾ ਕਰਦੇ ਨੇ ਬਈ ਬਿਰਥਾ ਕਹਾਉ ਕੌਣ ਸਿਉ ਮਨ ਕੀ। ਦੱਸੋ ਮੈਂ ਕਿਹਨੂੰ ਜਾ ਕੇ ਦੱਸਾਂ। ਮਨੁੱਖੀ ਮਨ ਦੀ ਇਹਦੇ ਸੁਭਾਅ ਦੀ ਹਾਲਤ ਐਸੀ ਹੋਈ ਪਈ ਆ, ਕਿਹਦੇ ਅੱਗੇ ਬਿਆਨ ਕਰਾਂ ਮੈਂ ਜਾ ਕੇ, ਕਿਹਨੂੰ ਮੈਂ ਦੱਸਾਂ ਇਹ ਹਾਲਤ। ਲੋਭ ਗ੍ਰਸਿਓ ਦਸ ਹੂੰ ਦਿਸਤਾਵਤ। ਹਾਲਤ ਕਿਹੋ ਜਿਹੀ ਹੈ? ਲੋਭ ਵਿੱਚ ਫਸਿਆ ਹੋਇਆ ਮਨੁੱਖ ਦਸੀਂ ਪਾਸੀਂ ਦੌੜਦਾ, ਵੀ ਇੱਥੇ ਵੀ ਹੱਥ ਮਾਰਦਾ, ਇੱਥੋਂ ਵੀ ਕੁਛ ਮਿਲ ਜਾਏ, ਇੱਧਰੋਂ ਵੀ ਮਿਲ ਜਾਏ, ਉੱਧਰੋਂ ਵੀ ਮਿਲ ਜਾਏ। ਕਿੰਨੇ ਕਿੰਨੇ ਪਾਸੇ ਲੋਕਾਂ ਨੇ ਲੱਤਾਂ ਫਸਾਈਆਂ ਹੁੰਦੀਆਂ ਵੀ ਇਸ ਦਾ ਪ੍ਰਧਾਨ, ਇਸ ਦਾ ਜਿਹੜਾ ਹੈਗਾ ਉਹ ਬਣ ਜਾ, ਮੈਂ ਕੀ ਹੁੰਦਾ ਮੀਤ ਪ੍ਰਧਾਨ ਬਣ ਜਾ, ਇਸ ਸਭਾ ਸੁਸਾਇਟੀ ਦਾ ਖਜ਼ਾਨਚੀ ਬਣ ਜਾ, ਇਹਦਾ ਇਹ ਬਣ ਜਾ, ਇਹਦਾ ਫਲਾਣਾ, ਇਹਦਾ ਟਮਕਾਣਾ। ਕਿੰਨੇ ਕਿੰਨੇ ਪਾਸੇ ਲੋਕੀ ਫਸੇ ਫਿਰਦੇ ਹੁੰਦੇ ਆ। ਲੋਭ ਇਹ ਹੁੰਦਾ ਇੱਕ, ਜਾਂ ਤੇ ਪੈਸਾ ਕਮਾਉਣ ਦਾ ਲੋਭ ਹੁੰਦਾ, ਜਾਂ ਪ੍ਰਤਿਸ਼ਠਤਾ ਕਮਾਉਣ ਦਾ ਲੋਭ ਹੁੰਦਾ ਆ। ਲੋਭ ਕਰਕੇ ਵੀ ਮੇਰਾ ਨਾਮ ਚੱਲੇ। ਅੱਛਾ ਜੀ, ਇਹ ਬੰਦਾ ਇੰਨੀਆਂ ਸੁਸਾਇਟੀਆਂ ਦਾ ਆਗੂ ਆ, ਇੰਨੀਆਂ ਵਿੱਚ ਇਸ ਦੀਆਂ ਮਤਲਬ ਪਦਵੀਆਂ ਨੇ। ਜਾਂ ਤੇ ਇਹ ਚੀਜ਼ ਹੁੰਦੀ ਹੈ ਬਸ ਲੋਕਾਂ 'ਚ ਆਪਣਾ ਨਾਮ ਜਿਹੜਾ ਹੈ ਉਹ ਲੈ ਕੇ ਆਉਣ ਦੀ, ਜਾਂ ਫਿਰ ਹੁੰਦੀ ਹੈ ਪੈਸਾ ਟੁੱਕਰ, ਵੀ ਇੱਧਰੋਂ ਵੀ ਲੈ ਲਈਏ, ਇੱਧਰੋਂ ਵੀ ਲੈ ਲਈਏ। ਲੋਭ ਗ੍ਰਸਿਓ ਦਸ ਹੂੰ ਦਿਸਤਾਵਤ। ਗੁਰੂ ਸਾਹਿਬ ਨੇ ਵੇਖਿਆ, ਕਹਿੰਦੇ ਲੋਭ ਦੇ ਗ੍ਰਸੇ ਹੋਏ ਲੋਕ ਦਸੀਂ ਪਾਸੀਂ ਦੌੜੇ ਫਿਰਦੇ ਆ, ਸਾਰੇ ਪਾਸੇ। ਦਸੀਂ ਪਾਸੀਂ ਤੋਂ ਭਾਵ ਸਾਰੇ ਪਾਸੇ। ਦਸੀਂ ਪਾਸੀਂ ਉਹਦਾ ਇੱਕ ਕਿਊਬ ਦੇ 10 ਪਾਸੇ ਹੁੰਦੇ ਆ। ਤੁਸੀਂ ਵੇਖੀ ਹੋਵੇ 4 ਤੇ ਉਹਦੀਆਂ ਦਿਸ਼ਾਵਾਂ ਹੁੰਦੀਆਂ ਨੇ, ਹੈ ਨਾ। ਜਿੱਦਾਂ ਇੱਕ ਕਮਰਾ ਸੌਖਾ ਸਮਝ ਜਾਓਗੇ ਤੁਸੀਂ, ਕਮਰੇ ਦੇ 4 ਪਾਸੇ ਆ ਗਏ, 4 ਹੋ ਗਏ, ਤੇ 4 ਹੀ ਕਮਰੇ ਦੇ ਕੋਨੇ ਆ ਗਏ। ਇੱਕ ਉੱਤਰ ਪੂਰਬ ਦਾ ਕੋਨਾ, ਇੱਕ ਪੂਰਬ ਤੇ ਦੱਖਣ ਦਾ ਕੋਨਾ, ਇੱਦਾਂ ਉਹ 4 ਕੋਨੇ ਬਣ ਗਏ, ਕਾਰਨਰ। 4 ਦਿਸ਼ਾਵਾਂ ਨੇ, 4 ਖੂੰਜੇ ਹੋ ਗਏ, ਕਾਰਨਰ ਹੋ ਗਏ, ਤੇ 2 ਹੋ ਗਏ, ਇੱਕ ਉੱਪਰਲਾ ਪਾਸਾ ਤੇ ਇੱਕ ਹੇਠਲਾ ਪਾਸਾ। ਇਹ ਹੋ ਗਏ 10 ਪਾਸੇ ਕੁੱਲ ਮਿਲਾ ਕੇ। 10 ਪਾਸਿਆਂ ਤੋਂ ਭਾਵ ਹੈ ਵੀ ਸਾਰੇ ਪਾਸੇ। 10 ਹੂੰ ਦਿਸਤਾਵਤ, ਦਸੀਂ ਪਾਸੀਂ ਦੌੜਦਾ, ਭਾਵ ਸਾਰੇ ਪਾਸੇ ਹੀ ਹੱਥ ਮਾਰਦਾ, ਵੀ ਇੱਥੋਂ ਵੀ ਕੁਝ ਮਿਲ ਜੇ, ਇੱਧਰੋਂ ਵੀ ਕੁਝ ਮਿਲ ਜੇ, ਦੌੜੇ ਹੀ ਫਿਰਦਾ, ਲੋਭ ਦੇ ਵਿੱਚ ਲੱਗਿਆ ਹੋਇਆ। ਆਸਾ ਲਾਗੇ ਉਹ ਧਨ ਕੀ। ਧਨ ਦੀ ਆਸਾ ਇਹਨੂੰ ਲੱਗੀ ਹੋਈ ਆ। ਧਨ ਕਮਾਉਣ ਦੇ ਲਈ ਸੰਤੁਸ਼ਟੀ ਹੈ ਨਹੀਂ ਨਾ। ਤ੍ਰਿਸ਼ਨਾ ਦਾ ਵੱਜਿਆ ਹੋਇਆ, ਤ੍ਰਿਸ਼ਨਾਲੂ ਹੋਇਆ ਹੋਇਆ, ਤ੍ਰਿਸ਼ਨਾਲੂ ਹੋਇਆ, ਲੋਭ ਵਿੱਚ ਗ੍ਰਸਤ ਹੋਇਆ, ਦੌੜਿਆ ਹੀ ਫਿਰਦਾ, ਦੌੜਿਆ ਹੀ ਫਿਰਦਾ, ਬਸ ਇੱਥੋਂ ਵੀ ਇੱਧਰੋਂ ਵੀ, ਐ ਮਤਲਬ ਭੱਜਿਆ ਹੀ ਫਿਰਦਾ, ਹੈ ਹੀ ਨਹੀਂ ਸੰਤੋਖ। ਟਿਕਾ ਇਹਦੀ ਜ਼ਿੰਦਗੀ 'ਚ ਹੈ ਹੀ ਨਹੀਂ। ਦੌੜ ਭੱਜ ਵਿੱਚ ਇਹ ਜ਼ਿੰਦਗੀ ਲੰਘ ਰਹੀ ਹੈ, ਇਸ ਦੀ ਸੰਤੁਸ਼ਟੀ ਤੇ ਹੈ ਹੀ ਨਹੀਂ ਆ। ਮਹਾਰਾਜ ਕਹਿੰਦੇ ਹੁਣ ਇਹ ਇਸ ਦੇ ਮਨ ਦੀ ਪੀੜਾ ਆ, ਇਹਨੂੰ ਨਾ ਦੱਸਾਂ ਤੇ ਹੋਰ ਕਿਹਨੂੰ ਦੱਸਾਂ। ਕਿਉਂਕਿ ਹਾਲਤ ਇਹਦੀ ਐਸੀ, ਇਸ ਮਨੁੱਖ ਦੀ ਐਸੀ ਹਾਲਤ ਆ। ਇਸ ਮਨੁੱਖ ਨੂੰ ਹੀ ਦੱਸਣਾ ਪਏਗਾ, ਇਹਨੂੰ ਹੀ ਸੰਵਾਰਨਾ ਆਪਣੇ ਆਪੇ ਨੂੰ। ਇਸ ਲਈ ਗੁਰੂ ਸਾਹਿਬ ਕਹਿੰਦੇ ਹੋਰ ਕਿਸੇ ਦੂਸਰੇ ਨੂੰ ਦੱਸਣ ਦਾ ਫਾਇਦਾ ਨਹੀਂ ਹੈ। ਇਹ ਹਾਲਤ ਮਨੁੱਖੀ ਮਨ ਦੀ ਹੈ, ਇਸ ਲਈ ਮਨੁੱਖਾਂ ਨੂੰ ਹੀ ਦੱਸਿਆ ਜਾ ਰਿਹਾ ਹੈ। ਸੁਖ ਕੈ ਹੇਤ ਬਹੁਤ ਦੁੱਖ ਪਾਵਤ। ਹੇਤ ਦਾ ਅਰਥ ਲਈ, ਸੁਖ ਕੈ ਹੇਤ, ਸੁਖ ਪ੍ਰਾਪਤ ਕਰਨ ਲਈ, ਸੁੱਖ ਦੀ ਪ੍ਰਾਪਤੀ ਲਈ, ਜ਼ਿੰਦਗੀ 'ਚ ਸੁਖੀ ਹੋਣ ਲਈ ਬਹੁਤ ਦੁੱਖ ਪਾਵਤ, ਬੜਾ ਦੁਖੀ ਹੁੰਦਾ। ਸੇਵ ਕਰਤ ਜਨ ਜਨ ਕੀ। ਧਿਰ ਧਿਰ ਦੀ ਮੁਥਾਜ਼ੀ ਕਰਦਾ ਫਿਰਦਾ, ਜਣੇ ਖਣੇ ਦੇ ਪੈਰੀਂ ਪੈਂਦਾ ਫਿਰਦਾ। ਸੇਵ ਕਰਤ ਜਨ ਜਨ ਕੀ। ਜਨ ਜਨ ਦਾ ਅਰਥ ਵੀ ਹਰ ਇੱਕ ਨੂੰ ਐਦਾਂ, ਇਹਦੇ ਪੈਰ ਫੜ ਲਏ, ਇੱਧਰੋਂ ਇਹਦੇ ਪੈਰ ਫੜ ਲਏ, ਉੱਧਰੋਂ ਉਹਦੇ ਪੈਰ ਫੜ ਲਏ, ਬਸ ਆਹ ਹਾਲਤ ਹੈ ਇਸ ਦੀ। ਗੁਰੂ ਸਾਹਿਬ ਕੀ ਕਹਿੰਦੇ ਆ, ਇਸ ਧਰਤੀ ਮਹਿ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਗੁਰੂ ਸਾਹਿਬ ਕਹਿੰਦੇ ਤੂੰ ਸਰਦਾਰ ਆ, ਤੇ ਜਦੋਂ ਗੁਰੂ ਸਾਹਿਬ ਦੇਖਦੇ ਆ ਵੀ ਇਹ ਤੇ ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਆਹ ਸਰਦਾਰ ਆ ਜਿਹੜਾ ਕਦੀ ਇਹਦੇ ਪੈਰ ਫੜ ਲਏ, ਕਦੀ ਇਹਦੇ ਪੈਰ ਫੜ ਲਏ। ਆਹ ਹਾਲ ਆ ਸਰਦਾਰ ਦਾ, ਧਰਤੀ ਦੇ ਸਰਦਾਰ ਦਾ। ਲੋਭ ਗ੍ਰਸਿਓ ਦਸ ਹੂੰ ਦਿਸਤਾਵਤ, ਆਸਾ ਲਾਗਿਓ ਧਨ ਕੀ। ਧਰਤੀ ਦੇ ਸਰਦਾਰ ਦਾ ਇਹ ਹਾਲ, ਬਹੁਤ ਬੁਰਾ ਹਾਲ ਹੈ, ਬਹੁਤ ਮਾੜਾ ਹਾਲ ਹੈ। ਕਦੀ ਕਿੱਧਰ ਕਦੀ ਇੱਥੇ ਬਸ ਨਹੀਂ। ਇਹਦੀ ਹਾਲਤ ਇੰਨੀ ਜ਼ਿਆਦਾ ਤਰਸਯੋਗ ਆ, ਗੁਰੂ ਤੇਗ ਬਹਾਦਰ ਜੀ ਨੂੰ ਸ਼ਬਦ ਵਰਤਣਾ ਪੈਂਦਾ। ਵਰਤਣਾ ਤੇ ਨਹੀਂ ਚਾਹੁੰਦੇ ਹੋਣੇ, ਪਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਲਿਖਣਾ ਪੈਂਦਾ। ਕਹਿੰਦੇ ਦੁਆਰੰ ਦੁਆਰ ਸਵਾਨ ਜਿਉ ਡੋਲਤ। ਸਵਾਨ ਦਾ ਅਰਥ ਹੁੰਦਾ ਕੁੱਤਾ, ਕੁੱਤਾ। ਦੁਆਰੰ ਦੁਆਰ, ਦਰਵਾਜ਼ੇ ਤੇ
ਇੱਕ ਇੱਕ ਦਰ ਤੇ ਜਾ ਕੇ ਜਿਵੇਂ ਕੁੱਤਾ ਟੁੱਕ ਵਾਸਤੇ ਲਿਲਕੜੀਆਂ ਕੱਢਦਾ ਹੁੰਦਾ, ਪੂਛ ਹਿਲਾਉਂਦਾ ਹੁੰਦਾ, ਟੌਂ ਟੌਂ ਕਰਦਾ ਹੁੰਦਾ ਵੀ ਆਹ ਵੀ ਦਰਵਾਜ਼ਾ ਖੋਲ੍ਹ ਕੇ ਕੁਛ ਪਾ ਦੇ, ਆਹ ਵੀ ਦਰਵਾਜ਼ਾ ਖੋਲ੍ਹ ਕੇ ਕੁਛ ਪਾ ਦੇ, ਮੈਨੂੰ ਇੱਥੋਂ ਖੈਰਾਤ ਮਿਲ ਜਾਏ, ਇੱਥੋਂ ਖੈਰਾਤ ਮਿਲ ਜਾਏ। ਗੁਰੂ ਸਾਹਿਬ ਕਹਿੰਦੇ ਇਹੋ ਜਿਹੀ ਹਾਲਤ ਹੋਈ ਪਈ ਆ। ਓਹੋ ਬਹੁਤ ਬੁਰੀ ਹਾਲਤ ਹੈ। ਦੁਆਰ ਦੁਆਰ ਸਵਾਨ ਜਿਉਂ ਡੋਲਤ, ਦਰਵਾਜ਼ੇ ਤੇ ਦਰ ਦਰ ਤੇ ਜਾ ਕੇ ਜਿਵੇਂ ਕੁੱਤਾ ਲਿਲਕਲੀਆਂ ਕੱਢਦਾ ਆ। ਨਹ ਸੁਧ ਰਾਮ ਭਜਨ ਕੀ, ਗੁਰੂ ਤੇਗ ਬਹਾਦਰ ਕਹਿੰਦੇ ਇਹਨੂੰ ਤੇ ਰਾਮ ਨਾਮ ਦੀ ਖਬਰ ਹੀ ਨਹੀਂ। ਇਹਦੀ ਤੇ ਹਾਲਤ ਉਹ ਹੋ ਗਈ। ਕਿਉਂ ਜੇ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੁੰਦਾ, ਇਸ ਕੋਲ ਸੰਤੋਖ ਹੋਣਾ ਸੀ, ਟਿਕਾ ਹੋਣਾ ਸੀ, ਸਬਰ ਹੋਣਾ ਸੀ, ਇੱਦਾਂ ਧਿਰ ਧਿਰ ਦੇ ਪੈਰੀ ਪੈਂਦਾ ਨਾ ਫਿਰਦਾ। ਫਿਰ ਇਹਨੂੰ ਪਤਾ ਹੋਣਾ ਸੀ ਬਈ ਧਰਤੀ ਦਾ ਸਿਕਦਾਰ ਆ ਮੈਂ, ਪਰਮੇਸ਼ਰ ਨੇ ਮੈਨੂੰ ਇੱਕ ਖਾਸ ਹੁਨਰ ਦੇ ਕੇ ਭੇਜਿਆ ਆ, ਕਲਾ ਦੇ ਕੇ ਭੇਜਿਆ ਆ, ਅਤੇ ਉਹਦੇ ਵਿੱਚ ਜੇ ਮੈਂ ਨਿਖਾਰ ਕਰਾਂ ਤਾਂ ਮੇਰੀ ਮਿਹਨਤ ਦਾ ਮੁੱਲ ਪਏਗਾ। ਪਰ ਉਸ ਪਾਸੇ ਨਹੀਂ ਤੁਰਿਆ, ਮਿਹਨਤ ਕਰਨ ਵਾਲੇ ਪਾਸੇ ਨਹੀਂ ਤੁਰਿਆ। ਲੋਭ ਗ੍ਰਸਿਓ ਦਸ ਹੂੰ ਦਿਸਤਾਵਤ, ਲੋਭੀ ਹੋਇਆ ਦਸੀਂ ਪਾਸੀ ਦੌੜਦਾ ਫਿਰਦਾ ਰਿਹਾ। ਆਸਾ ਲਾਗਿਓ ਧਨ ਕੀ, ਬਸ ਧਨ ਦੀ ਆਸਾ ਦੇ ਵਿੱਚ ਦੌੜਦਾ ਰਿਹਾ। ਗੁਰੂ ਸਾਹਿਬ ਕਹਿੰਦੇ ਇਹ ਹਾਲਤ ਹੈ ਇਸ ਦੀ। ਹੁਣ ਇਹੋ ਜਿਹੇ ਬੰਦੇ ਨੂੰ ਉੱਚਾ ਚੁੱਕ ਕੇ, ਇਹੋ ਜਿਹੇ ਮਨੁੱਖ ਨੂੰ ਜਿਹਦੀ ਹਾਲਤ ਇਹੋ ਜਿਹੀ ਆ, ਗੁਰੂ ਸਾਹਿਬ ਨੇ ਉਸ ਨੂੰ ਸੂਰਵੀਰ ਬਣਾਉਣਾ। ਤਾਂ ਗੁਰੂ ਸਾਹਿਬ ਕਿੰਨੀ ਮਿਹਨਤ ਕਰ ਰਹੇ ਨੇ, ਕਿੰਨੀ ਮਿਹਨਤ ਕਰ ਰਹੇ ਨੇ। ਗੁਰੂ ਸਾਹਿਬ ਅੱਗੋਂ ਦੱਸਦੇ ਨੇ, ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਮਾਨਸ ਜਨਮ ਅਕਾਰਥ ਖੋਵਤ, ਮਨੁੱਖਾ ਜਨਮ ਅਕਾਰਥ, ਅਕਾਰਥ ਦਾ ਅਰਥ ਬਈ ਬੇਕਾਰ। ਮਨੁੱਖਾ ਜਨਮ ਆਪਣਾ ਜਿਹੜਾ ਬੇਸ਼ੱਕ ਕੀਮਤੀ ਆ, ਜੋ ਦੁਬਾਰਾ ਮਿਲਣਾ ਨਹੀਂ, ਜਿਹਦਾ ਇੱਕ ਬੀਤਿਆ ਹੋਇਆ ਪਲ ਵੀ ਦੁਬਾਰਾ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਅਕਾਰਥ ਖੋਵਤ, ਇੰਨਾ ਕੀਮਤੀ ਜਨਮ ਇਹ ਬੇਕਾਰ ਗਵਾ ਰਿਹਾ, ਬਿਲਕੁਲ ਬੇਕਾਰ ਗਵਾ ਰਿਹਾ, ਜਮਾਂ ਹੀ ਬੇਕਾਰ ਜਾ ਰਿਹਾ। ਲਾਜ ਨਾ ਲੋਕ ਹੱਸਣ ਕੀ, ਇਹਨੂੰ ਜਦੋਂ ਇਹ ਕੁੱਤੇ ਆਂਗ ਇੱਦਾਂ ਹਰ ਇੱਕ ਦਰਵਾਜ਼ੇ 'ਤੇ ਲਿਲਕੜੀਆਂ ਕੱਢਦਾ ਫਿਰਦਾ, ਇਹਨੂੰ ਵੇਖ ਕੇ ਲੋਕ ਹੱਸ ਰਹੇ ਨੇ, ਇਹਨੂੰ ਲੱਜਾ ਨਹੀਂ ਆ ਰਹੀ, ਇਹਨੂੰ ਸ਼ਰਮ ਨਹੀਂ ਆਉਂਦੀ, ਇਹਨੂੰ ਉਹੀ ਕੰਮ ਵਧੀਆ ਲੱਗਦਾ, ਚੰਗਾ ਲੱਗਦਾ ਇਹਨੂੰ ਉਹਦੇ ਵਿੱਚੋਂ ਦੋ ਟੁੱਕ ਮਿਲ ਜਾਂਦੇ ਆ ਅਤੇ ਉਹਦੇ 'ਚ ਸੰਤੁਸ਼ਟ ਹੋ ਜਾਂਦਾ ਹੈ। ਬਾਕੀ ਇਹ ਤਾਂ ਦੁਨੀਆ ਕਿਵੇਂ ਹੱਸ ਰਹੀ ਹੈ ਇਹਦੀ ਇਸ ਹਾਲਤ ਉੱਪਰ, ਉਸ ਗੱਲ ਦੀ ਇਸ ਨੂੰ ਕੋਈ ਪਰਵਾਹ ਨਹੀਂ, ਉਸ ਦੀ ਕੋਈ ਚਿੰਤਾ ਨਹੀਂ, ਉਸ ਬਾਰੇ ਕੋਈ ਕਦੀ ਇਹਨੇ ਆਪਣੇ ਮਨ ਅੰਦਰ ਸੋਚਿਆ ਨਹੀਂ, ਕਦੀ ਖਿਆਲ ਨਹੀਂ ਕੀਤਾ, ਕਿਉਂਕਿ ਉਸ ਪਾਸੇ ਤਾਂ ਸੁਰਤ ਗਈ ਹੈ ਨਹੀਂ ਬਈ ਮੈਂ ਵੀ ਸਿਕਦਾਰ ਹਾਂ, ਧਰਤੀ ਦਾ ਸਿਕਦਾਰ ਪਰਮੇਸ਼ਰ ਨੇ ਮੈਨੂੰ ਬਣਾ ਕੇ ਭੇਜਿਆ, ਇੱਕ ਸਪੈਸ਼ਲ ਜ਼ਿੰਦਗੀ ਦੇ ਕੇ ਰੱਬ ਨੇ ਮੈਨੂੰ ਭੇਜਿਆ। ਸਾਹਿਬ ਮੇਰਾ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਵਾਹਿਗੁਰੂ ਜੀ ਨੇ ਮੈਨੂੰ ਇੱਕ ਸਪੈਸ਼ਲਿਟੀ ਦੇ ਕੇ ਭੇਜਿਆ ਵਾ, ਮੇਰੇ ਅੰਦਰ ਹੈ ਇੱਕ ਸਪੈਸ਼ਲਿਟੀ, ਉਸ ਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਆਪਣੇ ਆਪ ਨੂੰ ਨਿਖਾਰਨ ਦਾ ਯਤਨ ਨਹੀਂ ਕਰ ਰਿਹਾ। ਬਸ ਲੋਭ ਗ੍ਰਸਿਓ ਦਸ ਹੂੰ ਦਿਸਤਾਵਤ, ਆਸਾ ਲਾਗਿਓ ਧਨ ਕੀ। ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹੱਸਣ ਕੀ। ਲੋਕ ਇਹਦੇ ਤੇ ਹੱਸਦੇ ਆ, ਦੁਨੀਆ ਇਹਦੇ ਤੇ ਹੱਸਦੀ ਆ ਵੀ ਦੇਖੋ ਕਿਹੋ ਜਿਹਾ ਇਨਸਾਨ ਆ, ਚਾਰ ਟੁਕੜਾਂ ਪਿੱਛੇ ਕੀ ਕੀ ਨਹੀਂ ਕਰਦਾ ਫਿਰਦਾ, ਉਹ ਤੇ ਇਹਨੂੰ ਪਰਵਾਹ ਹੀ ਨਹੀਂ ਹੈ, ਸ਼ਰਮ ਹੀ ਨਹੀਂ ਆਉਂਦੀ ਇਸ ਨੂੰ। ਗੁਰੂ ਸਾਹਿਬ ਅੱਗੋਂ ਦੱਸਦੇ ਨੇ, ਨਾਨਕ ਹਰ ਜਸ ਕਿਉਂ ਨਹੀਂ ਗਾਵਤ। ਐ ਬੰਦੇ, ਤੂੰ ਪਰਮੇਸ਼ਰ ਦਾ ਸਿਮਰਨ ਕਿਉਂ ਨਹੀਂ ਕਰਦਾ, ਤੂੰ ਸਰਵ ਵਿਆਪਕ ਈਸ਼ਵਰ ਨਾਲ ਜੁੜ ਕੇ ਆਪਣੇ ਆਪ ਨੂੰ ਅਨੰਤ ਬ੍ਰਹਿਮੰਡਾਂ ਦਾ ਮਾਲਕ ਈਸ਼ਵਰ ਜੋ ਹੈ ਉਸ ਦਾ ਹਿੱਸਾ ਕਿਉਂ ਨਹੀਂ ਸਮਝਦਾ। ਸਮਝ ਉਸ ਨੂੰ, ਆਪਣੀ ਐਬਿਲਿਟੀ ਨੂੰ ਪਛਾਣ, ਆਪਣੇ ਹੁਨਰ ਨੂੰ ਪਛਾਣ, ਆਪਣੀ ਖਾਸੀਅਤ ਨੂੰ ਪਛਾਣ। ਜੇ ਇਹ ਤੇਰੇ ਅੰਦਰ ਆ, ਫਿਰ ਤੈਨੂੰ ਪਤਾ ਚੱਲੇਗਾ ਵੀ ਮੈਂ ਵੀ ਇਸ ਮਸ਼ੀਨਰੀ ਦਾ ਇੱਕ ਪੁਰਜਾ ਹਾਂ, ਅਤੇ ਜੇ ਮੈਂ ਪਰੇ ਹੋ ਗਿਆ ਵਿਗਾੜ ਪੈ ਜਾਣਾ। ਪਛਾਣ ਆਪਣੇ ਹੁਨਰ ਨੂੰ ਅਤੇ ਉਹਦਾ ਸਹੀ ਇਸਤੇਮਾਲ ਕਰ। ਸਹੀ ਇਸਤੇਮਾਲ ਹੋਏਗਾ ਅਤੇ ਫਿਰ ਭਾਈ ਉਹਦੀ ਕੀਮਤ ਵੀ ਪਏਗੀ, ਸਹੀ ਇਸਤੇਮਾਲ ਹੋਏਗਾ ਉਹਦਾ ਇਵਜ਼ ਵੀ ਤੈਨੂੰ ਪ੍ਰਾਪਤ ਹੋਏਗਾ, ਉਹਦੀ ਪ੍ਰਾਪਤੀ ਵੀ ਹੋਏਗੀ। ਹਰ ਜਸ ਕਿਉਂ ਨਹੀਂ ਗਾਵਤ, ਪਰਮੇਸ਼ਰ ਦਾ ਜਸ ਕਿਉਂ ਨਹੀਂ ਕਰਦਾ, ਰੱਬ ਦੀ ਵਡਿਆਈ ਕਿਉਂ ਨਹੀਂ ਕਰਦਾ, ਸਰਵ ਵਿਆਪਕ ਈਸ਼ਵਰ ਦੇ ਨਾਲ ਆਪਣੀ ਸੁਰਤ ਨੂੰ, ਆਪਣੇ ਆਪੇ ਨੂੰ ਕਿਉਂ ਨਹੀਂ ਜੋੜਦਾ। ਜੋੜ, ਜੇ ਜੋੜੇਗਾ ਨਾ ਤਾਂ ਕੁਮੱਤ ਬਿਨਾਸੈ ਤਨ ਕੀ। ਆਹ ਤਨ ਵਿੱਚ ਜਿਹੜੀ ਕੁਮੱਤ ਪਈ ਹੈ, ਜਿਸ ਕੁਮੱਤ ਦਾ ਜ਼ਿਕਰ ਗੁਰੂ ਪਾਤਸ਼ਾਹ ਨੇ ਪਹਿਲੇ ਪਦੇ ਵਿੱਚੋਂ ਕੀਤਾ ਆ, ਉਹ ਕੁਮੱਤ ਬਿਨਸ ਹੈ, ਉਹ ਬਿਨਸ ਜਾਏਗੀ। ਅੰਦਰਲੀ ਤਨ ਦੇ ਅੰਦਰਲੀ ਕੁਮੱਤ ਬਿਨਸ ਜਾਏਗੀ, ਖਤਮ ਹੋ ਜਾਏਗੀ।
ਉਹਨੇ ਮਿਟ ਜਾਣਾ, ਉਹਨੇ ਮੁੱਕ ਜਾਣਾ। ਤੇ ਜਦੋਂ ਉਹ ਕੁਮੱਤ ਬਿਨਸ ਜਾਏਗੀ, ਖਤਮ ਹੋ ਜਾਏਗੀ, ਫਿਰ ਅੰਦਰ ਇੱਕ ਸੁਮੱਤ ਰਹਿ ਜਾਏਗੀ, ਭਲੀ ਮੱਤ ਰਹਿ ਜਾਏਗੀ। ਤੇ ਭਲੀ ਮੱਤ ਹਮੇਸ਼ਾ ਹੀ ਚੰਗਿਆਈ ਵਾਲੇ ਕਾਰਜਾਂ ਵਾਲੇ ਪਾਸੇ ਨੂੰ ਲੈ ਕੇ ਜਾਂਦੀ ਹੈ, ਬੁਰਿਆਈ ਵਾਲੇ ਪਾਸੇ ਨੂੰ ਨਹੀਂ ਲੈ ਕੇ ਜਾਂਦੀ, ਚੰਗਿਆਈ ਵਾਲੇ ਪਾਸੇ ਨੂੰ ਲੈ ਕੇ ਤੁਰਦੀ ਹੈ। ਇਸ ਲਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਬੜਾ ਮੋਟੀਵੇਟ ਕਰਦੇ ਨੇ ਆਪਣੇ ਪਾਵਨ ਸ਼ਬਦਾਂ ਰਾਹੀਂ, ਆਪਣੇ ਪਾਵਨ ਬਚਨਾਂ ਰਾਹੀਂ। ਯਤਨ ਆਪਾਂ ਕਰਨਾ ਆ। ਗੁਰੂ ਤੇਗ ਬਹਾਦਰ ਜੀ ਦੇ ਇਹ ਪਾਵਨ ਬਚਨ ਜੋ ਬਹੁਤ ਹੀ ਜ਼ਿਆਦਾ ਮੋਟੀਵੇਸ਼ਨਲ ਨੇ, ਜਿਨ੍ਹਾਂ ਵਿੱਚੋਂ ਸਤਿਗੁਰੂ ਨੇ ਇੱਕ ਇੱਕ ਬਚਨ ਵਿੱਚੋਂ ਸਾਨੂੰ ਕਿੰਨਾ ਉਤਸ਼ਾਹ ਦਿੱਤਾ ਆ, ਚੰਗੇ ਪਾਸੇ ਤੁਰਨ ਦੀ ਕਿੰਨੀ ਪ੍ਰੇਰਣਾ ਦਿੱਤੀ ਆ, ਕਿਵੇਂ ਗੁਰੂ ਜੀ ਮਹਾਰਾਜ ਆਪਾਂ ਨੂੰ ਸਮਝਾ ਰਹੇ ਨੇ ਵੱਖ-ਵੱਖ ਉਦਾਹਰਨਾਂ ਦੇ ਕੇ ਵੀ ਜੀਵਨ ਬੜਾ ਕੀਮਤੀ ਹੈ ਤੇ ਲੱਗਿਆ ਕਿਸ ਪਾਸੇ ਹੋਇਆ, ਕਰਦਾ ਕੀ ਪਿਆ ਆ। ਯਤਨ ਕਰੀਏ, ਗੁਰ ਸ਼ਬਦ ਨੂੰ ਵਿਚਾਰੀਏ, ਪੜ੍ਹੀਏ, ਸਮਝੀਏ, ਜੀਵੀਏ, ਆਪਣੇ ਜੀਵਨ ਅੰਦਰ ਧਾਰਨ ਕਰੀਏ, ਤਾਂ ਜੋ ਆਪਾਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਦੇ ਪਾਂਧੀ ਹੋ ਸਕੀਏ। ਤੇ ਸ਼ਤਾਬਦੀਆਂ ਦੇ ਪ੍ਰੋਗਰਾਮ ਜਿਹੜੇ ਉਹ ਲਿਖੇ ਜਾਂਦੇ ਨੇ, ਇਹ ਸਾਰੇ ਸਫਲ ਹੁੰਦੇ ਤਦ ਨੇ ਜਦੋਂ ਅਸੀਂ ਜਿਸ ਗੁਰੂ ਪਾਤਸ਼ਾਹ ਦੀ ਸ਼ਤਾਬਦੀ ਮਨਾਉਂਦੇ ਹਾਂ ਉਸ ਦੇ ਦੱਸੇ ਹੋਏ ਮਾਰਗ ਉੱਪਰ ਚੱਲਦੇ ਹਾਂ। ਸੋ ਗੁਰੂ ਤੇਗ ਬਹਾਦਰ ਜੀ ਦੇ ਦੱਸੇ ਹੋਏ ਮਾਰਗ ਉੱਪਰ ਚੱਲੀਏ। ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਦੇ ਉੱਪਰ, Facebook ਪੇਜ ਜਸਵਿੰਦਰ ਸਿੰਘ ਬਡਰੁੱਖਾਂ ਦੇ ਉੱਪਰ। ਆਪਾਂ ਵਿਚਾਰ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਦੀ। ਫਿਲਹਾਲ ਆਪਾਂ ਇੱਥੇ ਇਸ ਹਿੱਸੇ ਨੂੰ ਸੰਕੋਚਦੇ ਹਾਂ ਤੇ ਅਗਲਾ 11 ਨੰਬਰ ਸ਼ਬਦ ਆਪਾਂ ਅਗਲੇ ਹਿੱਸੇ ਵਿੱਚ ਸਾਂਝਾ ਕਰਾਂਗੇ ਜੀ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।